जंग में शामिल था मेरे गांव का एक नौजवान, राजपूतों का लहू उसकी रगों में था रवां। 16वीं पंजाब की पलटन में उसका नाम था, हिफ्ज़े नालूते वतन उस नौजवान का नाम था। फौज से घर आया था रुखसत पे वो शादी के लिए, जिंदगी की शादमानी बामुरादी के लिए। रुख पे दुल्हा के पड़े ही थे अभी फूलों के हार, के आ गया उसके कमांडर की तरफ से एक तार, जिसमें लिखा था वतन की पासबानी के लिए, आ गई है आजमाइश तेरी जवानी के लिए। ऐ शरीके जिंदगी ऐ नजर की रोशनी है रूह की ताबंदगी, तोड़ना ताईना दिल मेरी कजरवाई के लिए, आज पहली बार मिलता हूँ जुदाई के लिए। मौत की हर रमजो इब्तदा को झेलने जाता हूँ मैं, फर्ज लेकिन दावते परवाज देता है मुझे, जंग से हिंदोस्तान आवाज देता है मुझे। ਸਾਡੇ ਦੇਸ਼ ਦੀ ਸੈਨਾ ਦਾ ਡੰਕਾ ਪੂਰੇ ਵਿਸ਼ਵ 'ਚ ਵੱਜਦਾ ਤੇ ਹਰ ਵਾਰੀ ਸਾਡੀ ਭਾਰਤੀ ਸੈਨਾ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦਿੰਦੀ ਹੈ, ਚਾਹੇ ਪਾਕਿਸਤਾਨ ਹੋਵੇ ਚਾਹੇ ਚੀਨ ਹੋਵੇ। ਹਰ ਵਾਰੀ ਭਾਰਤ ਦੀ ਸੈਨਾ ਆਪਣੇ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦਿੰਦੀ ਹੈ ਤੇ ਅੱਜ ਤੁਹਾਨੂੰ ਅਸੀਂ ਇੱਕ ਐਸੇ ਸ਼ਖਸ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਸਾਡੇ ਦੇਸ਼ ਦੀ ਸੈਨਾ ਦਾ ਜਜ਼ਬੇ ਨੂੰ ਸਲਾਮ ਕੀਤਾ ਹੈ। ਉਹਨਾਂ ਦੀ ਸ਼ੂਰਵੀਰਤਾ ਨੂੰ ਬਖਾਨ ਕਰਦੀਆਂ ਹੋਈਆਂ ਕੁਝ ਪੰਕਤੀਆਂ ਸਾਡੇ ਤੱਕ ਲੈ ਕੇ ਆਏ ਨੇ। ਅੱਜ ਤੁਹਾਨੂੰ ਅਸੀਂ ਬਠਿੰਡਾ ਦੇ ਆਦਰਸ਼ ਨਗਰ ਵਾਸੀ ਉਦੇਸ਼ਪਾਲ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਦੇਸ਼ ਦੇ ਸ਼ਹੀਦਾਂ ਨੂੰ ਇੱਕ ਸ਼ਰਧਾਂਜਲੀ ਦਿੱਤੀ ਹੈ ਤੇ ਸਲਾਮ ਕੀਤਾ ਕਿ ਜਿਹੜੇ ਸਾਡੇ ਸ਼ਹੀਦ ਅੱਜ ਦੇਸ਼ ਦੇ ਰੱਖਿਆ ਲਈ ਕੁਰਬਾਨ ਹੋਏ ਤਾਂ ਉਹਨਾਂ ਦੀ ਸ਼ਹਾਦਤ ਨੂੰ ਇੱਕ ਸਲਾਮ ਕੀਤਾ। ਤਾਂ ਤੁਹਾਨੂੰ ਅਸੀਂ ਅੱਜ ਉਦੇਸ਼ਪਾਲ ਜੀ ਨਾਲ ਮਿਲਵਾਉਂਦੇ ਹਾਂ। ਸਾਡੇ ਨਾਲ ਨੇ ਉਦੇਸ਼ਪਾਲ ਜੀ, ਉਹਨਾਂ ਨਾਲ ਗੱਲ ਕਰਦੇ ਹਾਂ। ਉਦੇਸ਼ਪਾਲ ਜੀ, ਸਾਡੀ ਭਾਰਤ ਦੀ ਸੈਨਾ ਦਾ ਡੰਕਾ ਜਿਹੜਾ ਪੂਰੇ ਵਿਸ਼ਵ 'ਚ ਵੱਜਦਾ ਹੈ। ਹਾਂਜੀ ਹਾਂਜੀ। ਤੇ ਤੁਸੀਂ ਸਭ ਤੋਂ ਪਹਿਲਾਂ ਇਹ ਦੱਸੋ ਕਦੋਂ ਤੋਂ ਤੁਹਾਨੂੰ ਲਿਖਣ ਦਾ ਸ਼ੌਂਕ ਸੀਗਾ ਤੇ ਫੌਜੀ ਵੀਰਾਂ ਵਾਸਤੇ ਤੁਸੀਂ ਜਿਹੜਾ ਇੱਕ ਕਵਿਤਾ ਜਿਹੜੀ ਸਾਨੂੰ ਦੱਸੀ ਹੈ, ਸਭ ਤੋਂ ਪਹਿਲਾਂ ਲਿਖਣ ਦਾ ਸ਼ੌਂਕ ਕਦੋਂ ਤੋਂ? ਲਿਖਣ ਦਾ ਸ਼ੌਕ ਤਾਂ ਮੈਨੂੰ ਕਾਫੀ ਸਾਲਾਂ ਤੋਂ ਹੈਗਾ ਜੀ। ਕੋਈ ਤਕਰੀਬਨ 80 ਤੋਂ ਮੈਂ ਜਿਹੜਾ ਹੈਗਾ ਲਿਖਣ ਦਾ, ਕਵਿਤਾਵਾਂ ਲਿਖਦਾ ਸੀ ਜਾਂ ਹੋਰ ਕੁਝ ਵੀ ਮੇਰੇ ਮਨ 'ਚ ਆਉਂਦਾ ਸੀ ਮੈਂ ਲਿਖਦਾ ਰਹਿੰਦਾ ਸੀ। ਕੁਝ ਸ਼ੇਰ ਵੀ ਲਿਖਦਾ ਸੀ। ਨਾਲ ਹੀ ਨਾਲ ਮੈਨੂੰ ਸ਼ਾਸਤਰ ਪੜ੍ਹਨ ਦਾ ਸ਼ੌਕ ਬਹੁਤ ਜ਼ਿਆਦਾ ਸੀਗਾ। ਰਮਾਇਣ, ਗੀਤਾ, ਗੁਰੂ ਗ੍ਰੰਥ ਸਾਹਿਬ, ਜਪਜੀ ਸਾਹਿਬ, ਸੁਖਮਨੀ ਸਾਹਿਬ, ਬਾਬਾ ਫਰੀਦ ਜੀ ਦੀ ਬਾਣੀ, ਬੁੱਲੇ ਸ਼ਾਹ ਜੀ ਦੀ ਬਾਣੀ, ਉਹਦਾ ਮੈਨੂੰ ਬਹੁਤ ਜ਼ਿਆਦਾ ਸ਼ੌਕ ਸੀ। ਬਾਈਬਲ ਪੜ੍ਹਨ ਦਾ ਵੀ ਬਹੁਤ ਸ਼ੌਕ ਸੀ। ਮੈਂ ਬਾਈਬਲ ਵੀ ਬਹੁਤ ਪੜ੍ਹੀ ਤੇ ਉਹਦੇ 'ਚੋਂ ਮੈਂ ਇਹਨਾਂ ਚੀਜ਼ਾਂ 'ਚੋਂ ਮੈਂ ਬਹੁਤ ਜ਼ਿਆਦਾ ਸਿੱਖਿਆ ਵੀ, ਔਰ ਇਹਨਾਂ ਨੇ ਮੈਨੂੰ ਨਿਰਭੈ ਕਰ ਦਿੱਤਾ। ਮੇਰੇ ਅੰਦਰ ਇੱਕ ਜਜ਼ਬਾ ਭਰ ਦਿੱਤਾ, ਕਿਉਂਕਿ ਬਾਣੀ ਕਹਿੰਦੀ ਹੈ ਨਿਰਭੈ ਜਪੇ ਸਕਲ ਭੈ ਮਿਟ ਜਾਏ। ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਨਾਮਾ ਹੀ ਤੇ ਸਭ ਕੁਝ ਹੋਇਆ, ਬਿਨ ਸਤਿਗੁਰ ਨਾਮ ਨਾ ਜਾਪੇ, ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਵਾਦ ਨਾ ਜਾਪੇ। ਤੇ ਵੀਰ ਰਸ ਮੈਨੂੰ ਉਦੋਂ ਆਇਆ ਜਦੋਂ ਮੈਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਚਰਿੱਤਰ ਪੜ੍ਹਿਆ ਤੇ ਉਹਨਾਂ ਦੀਆਂ ਮੈਂ ਦੋ ਪੰਕਤੀਆਂ ਬੋਲਣਾ ਚਾਹੂੰਗਾ ਇਸ ਜੰਗ ਦੇ ਮਾਹੌਲ ਦੇ ਵਿੱਚ। ਉਹਨਾਂ ਨੇ ਕਿਹਾ ਚੂਕਾਰ ਅਜ਼ ਹਮਾ ਹੀਲ ਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਬਾਸ਼ਮਸ਼ੀਰ ਦਸਤ। ਇਹਨੂੰ ਅੰਗਰੇਜ਼ੀ 'ਚ ਕੁਛ ਇਸ ਤਰ੍ਹਾਂ ਕਹਿੰਦੇ ਆ, all methods of redressing a wrong having failed, raising of sword is pious and just। ਤਾਂ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੋ ਕੇ ਮੇਰੇ ਮਨ 'ਚ ਇੱਛਾ ਜਾਗੀ ਵੀ ਕਿਉਂ ਨਾ ਜਿਹੜੀ ਮੈਂ ਆਪਦੇ ਦਾਦਾ ਜੀ ਤੋਂ ਇੱਕ ਵੀਰ ਗਾਥਾ ਸੁਣਿਆ ਕਰਦਾ ਸੀ, ਉਹ ਜਿਹੜੀ ਕਿ ਸਾਡੇ ਕੋਲੇ ਹੁਣ ਲੁਪਤ ਹੋ ਚੁੱਕੀ ਸੀ, ਕਾਫੀ ਉਹਦੇ ਵਿੱਚੋਂ ਗੁੰਮ ਹੋ ਗਿਆ ਸੀ ਪੋਰਸ਼ਨ। ਮੈਂ ਪਿਛਲੇ 4-5 ਦਿਨਾਂ 'ਚ ਜਦੋਂ ਦਾ ਸਾਡਾ ਬਾਰਡਰ ਤੇ ਮਾਹੌਲ ਬਣਿਆ ਮੈਂ ਉਹਨੂੰ ਤਿਆਰ ਕੀਤਾ, ਬਾਕੀ ਦੀ ਪੋਇਮ ਨੂੰ ਪੂਰਾ ਕੀਤਾ ਤੇ ਉਹ ਮੈਂ ਜਿਹੜੀ ਹੈਗੀ ਹੈ ਦੇਸ਼ ਵਾਸੀਆਂ ਦੀ ਨਜ਼ਰ ਕਰਨਾ ਚਾਹੁੰਦਾ। ਹੁਣ ਮੈਂ ਤੁਹਾਨੂੰ ਉਹ ਵੀਰ ਗਾਥਾ ਇੱਕ ਫੌਜੀ ਦੀ ਜਿਹੜਾ 65 ਦੀ ਜੰਗ ਦੇ ਵਿੱਚ ਘਰੇ ਆਇਆ ਹੋਇਆ ਸੀ ਸ਼ਾਦੀ ਤੇ ਛੁੱਟੀ ਲੈ ਕੇ, ਤੇ ਕਿਵੇਂ ਉਹਦੀ ਸ਼ਾਦੀ ਹੋ ਰਹੀ ਸੀ, ਹਾਰੇ ਉਹਦੇ ਸਿਰ ਮੁਖ ਦੇ ਜਿਹੜੇ ਫੁੱਲਾਂ ਦੇ ਹਾਰ ਪਏ ਹੀ ਸੀ ਕਿ ਉਹਦੇ ਕਮਾਂਡਰ ਵੱਲੋਂ ਤਾਰ ਆ ਜਾਂਦਾ ਹੈ ਤਾਂ ਉਹ ਆਪਦੀ ਨਵੀਂ ਨਵੇਲੀ ਦੁਲਹਨ ਕੋਲੋਂ ਕਿਵੇਂ ਮਿਲਦਾ ਹੈ ਤੇ ਕਿਵੇਂ ਇਜਾਜ਼ਤ ਲੈਂਦਾ ਹੈ ਤੇ ਉਹ ਦੁਲਹਨ ਉਹਨੂੰ ਕਿਵੇਂ ਵਿਦਾ ਕਰਦੀ ਹੈ। ਉਹ ਸਾਰਾ ਵਰਤਾਂਤ ਇਸ ਕਵਿਤਾ ਦੇ ਵਿੱਚ, ਇਸ ਨਜ਼ਮ ਦੇ ਵਿੱਚ मैं थोनू सुनाउन जा रहे हैं। वो इस तरह है, जंग में शामिल था मेरे गांव का एक नौजवान, जंग में शामिल था मेरे गांव का एक नौजवान, राजपूतों का लहू उसकी रगों में था रवां। 16वीं पंजाब की पलटन में उसका नाम था,
16वीं पंजाब की पलटन में उसका नाम था, हिफ्ज़े नालूते वतन उस नौजवान का नाम था। फौज से घर आया था रुखसत पे वो शादी के लिए, जिंदगी की शादमानी बामुरादी के लिए। रुख पे दुल्हा के पड़े ही थे अभी फूलों के हार, रुख पे दुल्हा के पड़े ही थे अभी फूलों के हार, के आ गया उसके कमांडर की तरफ से एक तार, जिसमें लिखा था वतन की पासबानी के लिए, आ गई है आजमाइश तेरी जवानी के लिए। पढ़ लिया दुल्हा ने जब उस तार के मजमून को, जाके बोला ऐ मेरी जान ऐ शरीके जिंदगी, ऐ नजर की रोशनी ऐ रूह की ताबंदगी, तोड़ना ताईना दिल मेरी कजरवाई के लिए, आज पहली बार मिलता हूँ जुदाई के लिए। मैं सिपाही हूँ कज़ा से खेलने जाता हूँ मैं सिपाही हूँ कज़ा से खेलने जाता हूँ मैं, मौत की हर रमजो इब्तदा को झेलने जाता हूँ मैं, फर्ज लेकिन दावते परवाज देता है मुझे, जंग से हिंदोस्तां आवाज देता है मुझे, जंग से हिंदोस्तां आवाज देता है मुझे। ऐ उरूसे नो जुदा होता हूँ रुखसत दे मुझे, ऐ उरूसे नो जुदा होता हूँ रुखसत दे मुझे। अपने दूल्हे के पैगाम को सुनने के बाद वो नई नवेली दुल्हन, जो अभी शर्म भी जिसकी खत्म नहीं हुई थी और वो रंगीन लहजे में खड़ी हुई थी, तो वो अपने दुल्हा से क्या कहती है। सुन के गुड़िया सी दुल्हन ने अपने दुल्हा का पैगाम, सुन के गुड़िया सी दुल्हन ने अपने दुल्हा का पैगाम, दोनों हाथों में लिया नाजुक सा दिल सीने में थाम, शर्म दामनगीर थी गुफ्तार से माजूर थी, होंठ हिल जाते थे लेकिन बात कर सकती ना थी। थोड़ी खामोशी के बाद आखिर किया उसने खिताब, रंगीन लहजे में थी खड़ी कैफियत सद अस्तराब, रंगीन लहजे में थी खड़ी कैफियत सद अस्तराब। ऐ मेरे सरताज मेरी जवानी के गरूर, तेरी पेशानी से मिलता है मेरी आंखों को नूर। ऐ मेरे सरताज मेरी जवानी के गरूर, तेरी पेशानी से मिलता है मेरी आंखों को नूर। राजपूती गर्चे तुम हो जिंदगी का आतशत मेरे लिए, गर्चे तुम हो जिंदगी का आतशत मेरे लिए, तुम हो खुदा बादज खुदा, तुम हो खुदा मेरे लिए, तुम हो खुदा बादज खुदा, तुम हो खुदा मेरे लिए। राजपूती खून से पलकर हुई हूँ मैं जवां, राजपूतों का लहू मेरी रगों में है रवां, खेलती है मौत से जिस कौम की बेटी हूँ मैं, खेलती है मौत से जिस कौम की बेटी हूँ मैं, तुमको सब मालूम है किस कौम की बेटी हूँ मैं। जानती हूँ जंग के मैदान में है मौत मुंह खोले हुए, जिस तरह कंजश्क पर शाहे हो पर तोले हुए। जानती हूँ जंग के मैदान में है मौत मुंह खोले हुए, जिस तरह कंजश्क पर शाहे हो पर तोले हुए। सामने बातिल के डट जाना भी अपना फर्ज है, सामने बातिल के डट जाना भी अपना फर्ज है, कौम की खातिर कट जाना भी अपना फर्ज है। फर्ज के रास्ते में बन के पेच में आती नहीं, ऐ उरूसे नौ की रूहों को मैं शर जाती नहीं, ऐ उरूसे नौ की रूहों को मैं शर जाती नहीं। अच्छा मेरे सरताज रुखसत सब्र कर लेती हूँ मैं, कौम की दौलत है तू और कौम को देती हूँ मैं, कौम की दौलत है तू और कौम को देती हूँ मैं। जय हिंद जय हिंद जय हिंद। ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਨੌਜਵਾਨ ਪੀੜ੍ਹੀ ਨੂੰ ਸਾਡੀ? ਮੈਂ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਚਾਹੁੰਦਾ ਹੈ ਵੀ ਇਸ ਵੇਲੇ ਸਾਡੀ ਸੈਨਾ ਪੂਰੀ ਤਰ੍ਹਾਂ ਤਿਆਰ ਹੈ ਤੇ ਸਾਡੇ ਨੌਜਵਾਨ ਵੀਰਾਂ ਨੂੰ ਵੀ ਵੱਧ ਤੋਂ ਵੱਧ ਫੌਜ ਵਿੱਚ ਭਰਤੀ ਹੋ ਕੇ ਚੀਨ ਤੇ ਪਾਕਿਸਤਾਨ ਦੇ ਬਾਰਡਰ ਤੇ ਪਹੁੰਚ ਕੇ ਚੀਨੀਆਂ ਦੇ ਤੇ ਪਾਕਿਸਤਾਨੀਆਂ ਦੇ ਦੰਦ ਖੱਟੇ ਕਰਨੇ ਚਾਹੀਦੇ ਹੈ ਤੇ ਸਾਨੂੰ ਉਹਨਾਂ ਨੂੰ ਨੇਸਤੋਂ ਨਬੂਤ ਕਰ ਦੇਣਾ ਚਾਹੀਦਾ ਹੈ। ਮੈਂ 60 ਸਾਲ ਦੀ ਉਮਰ 'ਚ, ਕਿਉਂਕਿ ਸ਼ੂਰਵੀਰ ਕਦੇ ਬੁੱਢਾ ਨਹੀਂ ਹੁੰਦਾ, ਮੈਂ 60 ਸਾਲ ਦੀ ਉਮਰ 'ਚ ਵੀ ਬਾਰਡਰ ਤੇ ਜਾਣ ਨੂੰ ਤਿਆਰ ਹਾਂ। ਮੇਰੀ ਮੋਦੀ ਸਾਹਿਬ ਅੱਗੇ ਇਹ ਅਪੀਲ ਹੈ ਕਿ ਅਸੀਂ ਜਿਹੜੇ ਬਾੜ 'ਚ ਅਸੀਂ ਇਲਾਕੇ ਹਾਰੇ ਸੀ, ਜਾਂ ਸਾਡਾ POK ਹੈ ਜਾਂ ਸਾਡਾ ਅਕਸਾਈ ਚਿੰਨ੍ਹ ਹੈ, ਉਹਨੂੰ ਵੀ ਵਾਪਸ ਲਿੱਤਾ ਜਾਵੇ।
135 ਕਰੋੜ ਹਿੰਦੁਸਤਾਨੀ ਤੁਹਾਡੇ ਨਾਲ ਖੜੇ ਹੈ। ਅਸੀਂ ਕੰਧੇ ਨਾਲ ਕੰਧਾ ਮਿਲਾ ਕੇ ਚੱਲਾਂਗੇ। ਬਾਰਡਰ ਤੇ ਜਾ ਕੇ ਅਸੀਂ ਆਪਦੇ ਸੀਨੇ ਛਲਨੀ ਕਰਾਵਾਂਗੇ, ਸ਼ਤਰੂ ਦੇ ਸੀਨੇ ਛਲਨੀ ਕਰਾਂਗੇ ਤੇ ਅਸੀਂ ਮੈਦਾਨੇ ਜੰਗ ਦੇ ਵਿੱਚ ਰੰਗ ਜਮਾ ਕੇ ਆਵਾਂਗੇ। ਜਦੋਂ ਤੁਸੀਂ ਇਹ ਪੰਕਤੀਆਂ ਜਿਹੜੀਆਂ ਕੰਪਲੀਟ ਕੀਤੀਆਂ ਸੀ, ਕਿੰਨੀ ਖੁਸ਼ੀ ਹੋਈ ਤੁਹਾਨੂੰ? ਆਪਣੇ ਦੇਸ਼ ਦੇ ਜਿਹੜੇ ਸ਼ਹੀਦ ਹੈ ਜਾਂ ਦੇਸ਼ ਦੀ ਸੈਨਾ ਹੈਗੀ ਆ, ਉਹਨਾਂ ਦੇ ਤੁਸੀਂ ਜਜ਼ਬੇ ਨੂੰ ਵਧਾਉਣ ਵਾਸਤੇ, ਨੌਜਵਾਨੀ ਪੀੜ੍ਹੀ ਨੂੰ ਅੱਗੇ ਫੌਜ ਵੱਲ ਜਿਹੜਾ ਜਜ਼ਬਾ ਵਧਾਉਣ ਵਾਸਤੇ ਲਿਖਿਆ ਸੀ, ਕਿੱਦਾਂ ਦੀ ਫੀਲਿੰਗ? ਜਦੋਂ ਮੈਂ ਇਹ ਪੰਕਤੀਆਂ ਕੰਪਲੀਟ ਕੀਤੀਆਂ ਤਾਂ ਮੈਨੂੰ ਇਹ ਲੱਗਿਆ, ਅੰਦਰੋਂ ਮੈਨੂੰ ਇਸ ਤਰ੍ਹਾਂ ਦੀ ਪ੍ਰੇਰਣਾ ਹੋਈ ਕਿ ਮੇਰੇ ਹੱਥ ਇਹ ਨੌਜਵਾਨਾਂ ਦੇ ਵਿੱਚ ਜਜ਼ਬਾ ਜਗਾਉਣ ਲਈ, ਸਾਡੀ ਫੌਜ ਦੇ ਵਿੱਚ ਜਜ਼ਬਾ ਜਗਾਉਣ ਲਈ ਇੱਕ ਜਿਹਨੂੰ ਕੀ ਕਹਿੰਦੇ ਆ ਵੀ ਸਰਜੀਵਨੀ ਬੂਟੀ ਮਿਲ ਗਈ। ਉਹ ਸਰਜੀਵਨੀ ਬੂਟੀ ਨਾਲ ਸਾਡੀ ਸਾਰੀ ਸੈਨਾ ਦੇ ਵਿੱਚ ਸ਼ੂਰਬੀਰਤਾ ਭਰੀ ਜਾਊਗੀ। ਸਾਡੇ ਨੌਜਵਾਨ ਵੀ ਬਾਰਡਰ ਤੇ ਜਾਣਗੇ ਔਰ ਦੁਸ਼ਮਣ ਨੂੰ ਨੇਸਤੋ ਨਬੂਦ ਕਰਕੇ ਸਾਡੇ ਉਹ ਹਾਰੇ ਹੋਏ ਇਲਾਕੇ ਵਾਪਸ ਹਿੰਦੁਸਤਾਨ ਚ ਬਣਾਏ ਜਾਣਗੇ। ਸਾਡੇ ਨਕਸ਼ੇ ਦੁਬਾਰਾ ਤੋਂ ਬਣਨਗੇ। ਅਸੀਂ ਉਹ ਨਕਸ਼ਿਆਂ ਦੇ ਉੱਤੇ ਹੀ ਚੱਲਾਂਗੇ ਤੇ ਬਾਰਡਰ ਦੀਆਂ ਸੀਮਾਵਾਂ ਸਾਡੀਆਂ ਉਹ ਗਾਂਹ ਤੱਕ ਲੈ ਜਾਵਾਂਗੇ। ਅਸੀਂ ਇਹ ਨਾ ਹੋਵੇ ਸਾਨੂੰ ਚੀਨ ਦੇ ਟੁਕੜੇ ਟੁਕੜੇ ਕਰਨੇ ਪੈ ਜਾਣ ਜਾਂ ਪਾਕਿਸਤਾਨ ਦੇ ਟੁਕੜੇ ਟੁਕੜੇ ਕਰਨੇ ਪੈ ਜਾਣ। ਅਸੀਂ ਹਰ ਕਦਮ ਲਈ ਤਿਆਰ ਹਾਂ। ਅਸੀਂ ਆਪਦਾ ਆਹਵਾਨ ਦਿੰਨੇ ਆ, ਮੋਦੀ ਸਾਹਿਬ ਸਾਨੂੰ ਫੌਜ ਚ ਭਰਤੀ ਕਰੋ ਤੇ ਸਾਨੂੰ ਬਾਰਡਰ ਤੇ ਭੇਜੋ। ਅਸੀਂ ਪਿੱਛੇ ਨਹੀਂ ਹਟਾਂਗੇ, ਬਿਲਕੁਲ ਨਹੀਂ ਹਟਾਂਗੇ। ਇਹ ਤੁਸੀਂ ਇਹ ਜਿਹੜੇ ਲਿਖਦੇ ਹੋ ਅੱਗੇ ਵੀ ਲਿਖਦੇ ਰਹੋਗੇ? ਹਾਂਜੀ, ਮੈਂ ਇਸ ਤਰ੍ਹਾਂ ਦੀਆਂ ਵੀਰ ਗਾਥਾਵਾਂ ਅੱਗੇ ਵੀ ਲਿਖਦਾ ਰਹੂੰਗਾ ਔਰ ਦੇਸ਼ ਦੀ ਨਜ਼ਰ ਕਰਦਾ ਰਹੂੰਗਾ ਤਾਂ ਕਿ ਸਾਡੇ ਨੌਜਵਾਨ ਵੀਰ ਪ੍ਰੇਰਿਤ ਹੋ ਕੇ ਵੱਧ ਤੋਂ ਵੱਧ ਜੰਗੇ ਮੈਦਾਨ ਦੇ ਵਿੱਚ ਜਾਣ ਤੇ ਫੌਜ ਦੇ ਵਿੱਚ ਸ਼ਾਮਲ ਹੋਣ। ਜੀ ਬਿਲਕੁਲ, ਇਹ ਸਨ ਉਦੇਸ਼ਪਾਲ ਜੀ ਜਿਹੜੇ ਬਠਿੰਡਾ ਦੇ ਨੇ, ਜਿਨ੍ਹਾਂ ਨੇ ਭਾਰਤੀ ਸੈਨਾ ਦੇ ਜਜ਼ਬੇ ਨੂੰ ਸਲਾਮ ਕੀਤਾ ਤੇ ਨੌਜਵਾਨ ਪੀੜ੍ਹੀ ਨੂੰ ਇੱਕ ਮੈਸੇਜ ਦਿੱਤਾ ਕਿ ਵੱਧ ਤੋਂ ਵੱਧ ਦੇਸ਼ ਦੀ ਸੇਵਾ ਵਾਸਤੇ ਨੌਜਵਾਨ ਪੀੜ੍ਹੀ ਜਿਹੜੀ ਆ ਭਾਰਤ ਦੀ ਸੈਨਾ ਦੇ ਵਿੱਚ ਭਰਤੀ ਹੋਵੇ। ਤੇ ਇਹਨਾਂ ਦੀ ਜਿਹੜੀ ਪੰਕਤੀਆਂ ਹੈਗੀਆਂ ਕਿਤੇ ਨਾ ਕਿਤੇ ਹਰ ਇਨਸਾਨ ਦੇ, ਹਰ ਭਾਰਤੀ ਦੇ ਵਿੱਚ ਜਜ਼ਬਾ ਜਗਾਉਂਦੀਆਂ। ਇਸ ਕਰਕੇ ਇਹਨਾਂ ਦਾ ਕਹਿਣਾ ਕਿ ਇਹ ਇਸੇ ਤਰੀਕੇ ਨਾਲ ਆਪਣੀ ਕਲਮ ਦੇ ਜ਼ਰੀਏ ਲਿਖਦੇ ਰਹਿਣਗੇ ਤਾਂ ਕਿ ਨੌਜਵਾਨ ਪੀੜ੍ਹੀ ਤੇ ਆਉਣ ਵਾਲੀ ਜਿਹੜੀ ਪੀੜ੍ਹੀ ਹੈਗੀ ਆ ਉਹਨਾਂ ਦੇ ਵੀ ਜਜ਼ਬਾ ਜਿਹੜਾ ਵਧੇ। ਤੇ ਨਾਲ ਹੀ ਇਹਨਾਂ ਨੇ ਭਾਰਤ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਰਤ ਦੀ ਸਰਕਾਰ ਤੇ ਭਾਰਤ ਦੀ ਸੈਨਾ ਆਪਣੇ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦੇਵੇ ਤਾਂ ਕਿ ਦੁਬਾਰਾ ਕੋਈ ਭਾਰਤ ਵੱਲ ਅੱਖ ਚੱਕ ਕੇ ਵੀ ਨਾ ਦੇਖ ਸਕੇ। ਕੈਮਰਾਮੈਨ ਸ਼ਪਿੰਦਰ ਦੇ ਨਾਲ ਅਮਿਤ ਸ਼ਰਮਾ, ਡੇਲੀ ਪੋਸਟ ਪੰਜਾਬੀ, ਬਠਿੰਡਾ। ਜੰਗ ਮੇਂ ਸ਼ਾਮਿਲ ਥਾ।